ਅਰਸ਼ਦੀਪ ਜੀ, ਸ਼ੁਰੂਆਤ ਕਰਦੇ ਹਾਂ। ਦੇਸ਼ ਦੇ ਵਿੱਚ ਕੀ ਪੂਰੇ ਵਿਸ਼ਵ ਦੇ ਵਿੱਚ ਕੋਰੋਨਾ ਦਾ ਸੰਕਟ ਹੈ। ਭਾਰਤ ਦੇ ਵਿੱਚ ਵੀ ਕੋਰੋਨਾ ਦੇ ਜਿਹੜੇ ਮਰੀਜ਼ ਨੇ ਲਗਾਤਾਰ ਉਹਨਾਂ ਦੀ ਗਿਣਤੀ ਜਿਹੜੀ ਹੈ ਵੱਧਦੀ ਜਾ ਰਹੀ ਹੈ ਤੇ ਦੂਜੇ ਪਾਸੇ ਜਿਹੜੀ ਦੇਸ਼ ਦੀ ਸਿਆਸਤ ਹੈ ਉਹ ਵੀ ਭਾਰੂ ਹੁੰਦੀ ਜਾ ਰਹੀ ਹੈ। ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ, ਇਹ ਕਹਾਵਤ ਸਾਡੀ ਸਿਆਸਤ ਤੇ ਬਿਲਕੁਲ ਫਿੱਟ ਬੈਠ ਰਹੀ ਹੈ। ਕੋਰੋਨਾ ਦੇ ਮਹਾ ਸੰਕਟ ਦੇ ਵਿੱਚ ਵੀ ਭਾਜਪਾ ਵੱਲੋਂ ਵਰਚੁਅਲ ਰੈਲੀਆਂ ਚਲਾਈਆਂ ਜਾ ਰਹੀਆਂ ਨੇ। ਚੋਣ ਮੈਦਾਨ ਦੇ ਵਿੱਚ ਉਤਰ ਚੁੱਕੀ ਹੈ ਭਾਜਪਾ, ਚੋਣਾਂ ਦੀ ਤਿਆਰੀ ਕਰ ਚੁੱਕੀ ਹੈ। ਜੀ, ਭਾਰਤ ਦੇ ਵਿੱਚ ਇਸ ਸਮੇਂ ਦੋ ਅਹਿਮ ਪ੍ਰਦੇਸ਼ ਨੇ ਜਿਹੜੇ ਕਿ ਭਾਜਪਾ ਜਿੱਤਣਾ ਚਾਹੁੰਦੀ ਹੈ। ਬਿਹਾਰ ਦੁਬਾਰਾ ਜਿੱਤਣਾ ਚਾਹੁੰਦੀ ਹੈ ਤੇ ਵੈਸਟ ਬੰਗਾਲ ਜਿਹੜਾ ਹੈਗਾ ਉੱਥੇ ਭਾਜਪਾ ਚਾਹੁੰਦੀ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਸੱਤਾ ਤੇ ਕਾਬਜ਼ ਹੋਇਆ ਜਾਵੇ, ਕਿਉਂਕਿ ਮਮਤਾ ਬੈਨਰਜੀ ਇੱਕ ਗਰਾਊਂਡ ਨਾਲ ਜੁੜੀ ਹੋਈ ਲੀਡਰ ਆ ਗਈ, ਇੱਕ ਸੜਕ ਤੋਂ ਪ੍ਰਦਰਸ਼ਨਾਂ ਚੋਂ ਨਿਕਲੀ ਹੋਈ ਲੀਡਰ ਆ ਗਈ, ਜਿਸ ਦਾ ਕਿਲਾ ਜੋ ਹੈ ਉਹ ਭਾਜਪਾ ਸਰ ਕਰਨਾ ਚਾਹੁੰਦੀ ਹੈਗੀ। ਪਰ ਇਸ ਸਮੇਂ ਕੋਵਿਡ-19 ਦਾ ਸਮਾਂ ਗਾ, ਮਨੁੱਖੀ ਜ਼ਿੰਦਗੀਆਂ ਦਾਅ ਤੇ ਲੱਗੀਆਂ ਹੋਈਆਂ ਨੇ। ਇੱਕ ਪਾਸੇ ਸਰਕਾਰ ਪੈਟਰੋਲ ਡੀਜ਼ਲ ਲਗਾਤਾਰ ਮਹਿੰਗਾ ਕਰਕੇ ਲੋਕਾਂ ਤੇ ਵਿੱਤੀ ਬੋਝ ਪਾ ਰਹੀ ਹੈ ਤੇ ਦੂਜੇ ਪਾਸੇ ਲੋਕਾਂ ਨੂੰ ਸਿੱਧੀ ਆਰਥਿਕ ਸਹਾਇਤਾ ਕੋਈ ਦਿੱਤੀ ਨਹੀਂ ਗਈ ਜਿਹਦੀ ਕਿ ਤਸੱਲੀ ਪ੍ਰਗਟਾਈ ਜਾ ਸਕੇ, ਕਿਉਂਕਿ 8 ਤੋਂ 10 ਹਜ਼ਾਰ ਰੁਪਈਆ ਹਰ ਇੱਕ ਭਾਰਤੀ ਜਿਹੜਾ ਲੋੜਵੰਦ ਆ ਉਹਦੇ ਅਕਾਊਂਟ 'ਚ ਆਉਣੇ ਚਾਹੀਦੇ ਸਨ। ਪਰ ਸਰਕਾਰ ਉਹਦੇ ਤੇ ਤਾਂ ਆਈ ਨਹੀਂ, ਪਰ ਚੀਨ ਮਸਲੇ ਦੇ ਵਿੱਚ ਸਾਰਾ ਕੁਝ ਹੀ ਦੱਬਿਆ ਗਿਆ। ਵਿਰੋਧੀ ਧਿਰਾਂ ਨੇ ਵੀ ਪੂਰਾ ਧਿਆਨ ਚੀਨ ਮਸਲੇ ਤੇ ਕੇਂਦਰਿਤ ਕਰਤਾ ਤੇ ਭਾਜਪਾ ਨੇ ਵੀ, ਜਿੱਥੋਂ ਇਹ ਲੱਗਿਆ ਕਿ ਇੱਕ ਵਾਰ ਮੁੜ ਤੋਂ ਕੇਂਦਰੀ ਸਿਆਸਤ ਦੇ ਵਿੱਚ ਜਿਹੜੇ ਕੇਂਦਰੀ ਮੁੱਦੇ ਨੇ ਉਹੀ ਸਟੇਟਾਂ ਦੀ ਪੋਲਿਟਿਕਸ ਦੇ ਵਿੱਚ ਲਿਜਾਏ ਜਾਣਗੇ। ਜਿਸ ਤਰ੍ਹਾਂ ਭਾਜਪਾ ਪਹਿਲਾਂ ਵੀ ਕਰਦੀ ਰਹੀ ਹੈ ਕਿ ਧਾਰਾ 370 ਦਾ ਮੁੱਦਾ ਹੋਵੇ, ਟ੍ਰਿਪਲ ਤਲਾਕ ਦਾ ਮੁੱਦਾ ਹੋਵੇ, ਇਹਨਾਂ ਤਮਾਮ ਮੁੱਦਿਆਂ ਨੂੰ ਇਲੈਕਸ਼ਨਾਂ 'ਚ ਲੈ ਕੇ ਜਾਂਦੀ ਰਹੀ ਹੈ। ਪਰ ਇਹ ਸਮਾਂ ਜਿਹੜਾ ਸੀਗਾ ਕੋਵਿਡ-19 ਦਾ ਸਮਾਂ ਲੋਕਾਂ ਨੂੰ ਵਿੱਤੀ ਸਹਾਇਤਾ ਦੇਣ ਦਾ ਸੀ, ਜਿਹਦੇ 'ਚ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਸਰਕਾਰ ਜਿੰਨੇ ਮਰਜ਼ੀ ਵੱਡੇ ਵਾਅਦੇ ਕਰੇ, ਪਰ ਜਨ ਧਨ ਯੋਜਨਾ 'ਚ 500 ਰੁਪਈਆ ਦੇ ਕੇ ਤੇ ਕਿਸਾਨਾਂ ਨੂੰ 2-2 ਹਜ਼ਾਰ ਰੁਪਈਆ ਦੇ ਕੇ ਦੇਸ਼ ਦੀ ਆਰਥਿਕਤਾ ਨਹੀਂ ਚਲਾਈ ਜਾ ਸਕਦੀ, ਕਿਉਂਕਿ ਬੇਸ਼ੱਕ ਲੀਡਰਾਂ ਦੀਆਂ ਰਿਪੋਰਟਾਂ ਜਾਂ ਸਰਕਾਰੀ ਰਿਪੋਰਟਾਂ ਕੁਝ ਵੀ ਕਹਿੰਦੀਆਂ ਹੋਣ, ਪਰ ਭਾਰਤ ਦੇ ਵਿੱਚ ਜਿਹੜੀ ਮਹਿੰਗਾਈ ਹੈ ਉਹ ਚਰਮ ਸੀਮਾ ਦੇ ਉੱਪਰ ਹੈ। ਪਰ ਸਰਕਾਰ ਦੀ ਜ਼ਿੰਮੇਵਾਰੀ ਸੀ ਸਹੂਲਤਾਂ ਦੇਣੀਆਂ, ਪਰ ਇਸ ਦੇ ਬਾਵਜੂਦ ਆਪਣਾ ਸਿਆਸੀ ਚੱਕਰ ਜਿਹੜਾ ਚਲਾਇਆ ਜਾ ਰਿਹਾ ਹੈ, ਕਿਉਂਕਿ ਲੋਕਤੰਤਰ ਦੇ ਵਿੱਚ ਪਾਵਰ ਲੋਕਾਂ ਕੋਲੇ ਹੁੰਦੀ ਹੈ ਵੋਟ ਪਾਉਣ ਦੀ, ਪਰ ਲੱਗਦਾ ਹੈ ਕਿ ਸਿਆਸਤਦਾਨਾਂ ਦੇ ਲਈ ਵੋਟਾਂ ਹੀ ਸਭ ਕੁਝ ਹੋ ਜਾਂਦੀਆਂ ਨੇ। ਉਹ ਲੋਕਾਂ ਨੂੰ ਤੇ ਲੋਕਾਂ ਦੇ ਮੁੱਦਿਆਂ ਨੂੰ ਜਿਸ ਤਰ੍ਹਾਂ ਭੁੱਲ ਜਾਂਦੇ ਨੇ। ਤਾਂ ਭਾਜਪਾ ਵੱਲੋਂ ਵੀ ਵਰਚੁਅਲ ਰੈਲੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ, ਜਿਸ ਤਹਿਤ ਹੁਣ ਖੇਤੀ ਆਰਡੀਨੈਂਸ ਆਇਆ ਤਾਂ ਪੰਜਾਬ, ਹਰਿਆਣਾ ਤੇ ਵੈਸਟ ਉੱਤਰ ਪ੍ਰਦੇਸ਼ ਜਿੱਥੋਂ ਦੇ ਕਿਸਾਨ ਇਸ ਦੇ ਨਾਲ ਪ੍ਰਭਾਵਿਤ ਹੋਣੇ ਨੇ, ਉੱਥੇ ਵੀ ਵਰਚੁਅਲ ਰੈਲੀਆਂ ਕੀਤੀਆਂ ਗਈਆਂ। ਖੇਤੀਬਾੜੀ ਮੰਤਰੀ ਖੁਦ ਵੀ ਬੋਲੇ, ਸਟੇਟ ਲੀਡਰਸ਼ਿਪ ਵੀ ਬੋਲੀ ਤੇ ਭਾਜਪਾ ਨੂੰ ਮਜ਼ਬੂਤ ਕਰਨ ਦੀਆਂ ਗੱਲਾਂ ਕੀਤੀਆਂ ਗਈਆਂ ਤੇ ਇਹ ਦਾਅਵੇ ਕੀਤੇ ਗਏ ਕਿ ਆਰਡੀਨੈਂਸ ਜਿਹੜੇ ਹੈਗੇ ਨੇ ਇਹ ਖੇਤੀ ਵਿਰੋਧੀ ਨਹੀਂ ਹੈਗੇ, ਕਿਸਾਨ ਵਿਰੋਧੀ ਨਹੀਂ ਹੈਗੇ, ਇਹਦੇ ਨਾਲ ਐਮਐਸਪੀ ਜਾਰੀ ਰਹੂਗੀ। ਇੱਕ ਤਾਂ ਉਹ ਤਰੀਕਾ ਚਲਾਇਆ ਜਾ ਰਿਹਾ। ਦੂਜੇ ਨੰਬਰ ਤੇ ਬਿਹਾਰ ਤੇ ਵੈਸਟ ਬੰਗਾਲ ਤੇ ਉੜੀਸਾ ਵਰਗੀਆਂ ਸਟੇਟਾਂ ਨੇ ਜਿਹੜੀਆਂ ਇੱਥੇ ਵਰਚੁਅਲ ਰੈਲੀਆਂ ਕੀਤੀਆਂ ਗਈਆਂ, ਜਿਹਦੇ 'ਚ ਕਿ ਐਲਸੀਡੀਆਂ ਲਾਈਆਂ ਗਈਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ, ਜਿਹੜੇ ਘਰਾਂ ਤੱਕ ਸਰਕਾਰ ਭੋਜਨ ਨਹੀਂ ਪਹੁੰਚਾ ਸਕੀ, ਫੂਡ ਨਹੀਂ ਪਹੁੰਚਾ ਸਕੀ। ਕੇਂਦਰ ਸਰਕਾਰ ਨੇ ਫੂਡ ਭੇਜਿਆ ਵੀ ਸਟੇਟ ਗਵਰਨਮੈਂਟਾਂ ਦਾ ਹੀ ਫੇਲੀਅਰ ਰਿਹਾ, ਇਕੱਲੀ ਕੇਂਦਰ ਸਰਕਾਰ ਜ਼ਿੰਮੇਵਾਰ ਨਹੀਂ, ਪਰ ਕੇਂਦਰ ਸਰਕਾਰ ਵੀ ਵਿੱਤੀ ਸਹਾਇਤਾ ਨਹੀਂ ਦੇ ਸਕੀ, ਮਜ਼ਦੂਰਾਂ ਦਾ ਪ੍ਰਬੰਧ ਨਹੀਂ ਕਰ ਸਕੀ। ਪਰ ਉਹਨਾਂ ਨੂੰ ਜਿਹੜਾ ਹੈ ਐਲਸੀਡੀਆਂ ਲਾ ਕੇ ਰੈਲੀਆਂ ਜ਼ਰੂਰ ਸੁਣਾਈਆਂ ਜਾ ਰਹੀਆਂ ਨੇ ਕਿ ਤੁਹਾਡੇ ਲਈ ਕੀ ਕਰਾਂਗੇ ਜੇ ਤੁਸੀਂ ਸੱਤਾ ਚੇਂਜ ਕਰਦੇ ਹੋ। ਤਾਂ ਇਹ ਤੋਂ ਸਾਫ਼ ਹੈ ਕਿ ਸਿਆਸਤਦਾਨਾਂ ਦਾ ਇੱਕੋ ਇੱਕ ਮਕਸਦ ਹੈ, ਸੱਤਾ ਧਿਰ ਦਾ ਵੀ ਇੱਕੋ ਇੱਕ ਮਕਸਦ ਹੈ ਕਿ ਕਿਸੇ ਨਾ ਕਿਸੇ ਤਰੀਕੇ ਵੱਧ ਤੋਂ ਵੱਧ ਸੂਬਿਆਂ ਦੇ ਵਿੱਚ ਆਪਣੀਆਂ ਸਰਕਾਰਾਂ ਬਣਾਈਆਂ ਜਾਣ ਤੇ ਡੰਕਾ ਵਜਾਇਆ ਜਾਵੇ ਕਿ ਹਾਲੇ ਵੀ ਮੋਦੀ ਲਹਿਰ ਭਾਰਤ ਦੇ ਵਿੱਚ ਚੱਲ ਰਹੀ ਹੈ, ਭਾਜਪਾ ਪੱਖੀ ਲਹਿਰ ਭਾਰਤ ਦੇ ਵਿੱਚ ਚੱਲ ਰਹੀ ਹੈ। ਭਾਰਤ ਦੇ ਵਿੱਚ ਲੋਕ ਜਿਹੜੇ ਨੇ ਉਹ ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਤੋਂ ਬਹੁਤ ਜ਼ਿਆਦਾ ਖੁਸ਼ ਨੇ, ਪਰ ਇਹ ਸੱਚਾਈ ਨਹੀਂ ਹੈਗੀ। ਜੇਕਰ ਭਾਜਪਾ ਜਿੱਤ ਰਹੀ ਹੈ ਦੇਸ਼ ਦੇ ਵਿੱਚ ਤਾਂ ਇਹਦਾ ਕਾਰਨ ਇਹ ਨਹੀਂ ਕਿ ਭਾਜਪਾ ਬਹੁਤ ਵਧੀਆ ਕੰਮ ਕਰ ਰਹੀ ਹੈ। ਭਾਜਪਾ ਨੇ ਤਾਂ ਦੇਸ਼ ਦੇ ਵਿੱਚ ਬੇਰੁਜ਼ਗਾਰੀ ਸਭ ਤੋਂ ਜ਼ਿਆਦਾ ਵਧੀ ਇਹਨਾਂ ਦੇ ਸਮੇਂ ਦੇ ਵਿੱਚ, ਤੇ ਭਾਜਪਾ ਐਸੀ ਮਹਾਮਾਰੀ ਦੇ ਤੌਰ ਦੇ ਉੱਪਰ ਕਿਸੇ ਵੀ ਸੂਬਾ ਸਰਕਾਰ ਨੂੰ ਵਿੱਤੀ ਸਹਾਇਤਾ ਨਹੀਂ ਕੀਤੀ ਗਈ ਕੋਵਿਡ-19 ਦੇ ਨਾਲ ਲੜਨ ਲਈ। ਭਾਜਪਾ ਦੀ ਜਿੱਤ ਦਾ ਕਾਰਨ ਇਹ ਹੈ ਕਿ ਓਪੋਜੀਸ਼ਨ ਕੋਲੇ ਲੀਡਰ ਨਹੀਂ ਹੈਗਾ। ਜਿਹੜੀ ਸੱਚਾਈ ਹੈ, ਰਾਜਨੀਤੀ ਨੂੰ ਸਮਝਣ ਵਾਲੇ ਲੋਕ ਇਹੀ ਚਰਚਾ ਕਰਦੇ ਨੇ ਕਿ ਪ੍ਰਧਾਨ ਮੰਤਰੀ ਮੋਦੀ ਦੇ ਬਰਾਬਰ ਦਾ ਕੋਈ ਲੀਡਰ ਨਹੀਂ ਹੈਗਾ, ਅਮਿਤ ਸ਼ਾਹ ਦੇ ਬਰਾਬਰ ਦਾ ਕੋਈ ਪ੍ਰਧਾਨ ਦੂਜੀ ਪਾਰਟੀ 'ਚ ਨਹੀਂ ਹੈਗਾ। ਇਹ ਕਾਰਨ ਹੈ ਕਿ ਭਾਜਪਾ ਜਿੱਤ ਰਹੀ ਹੈ। ਪਰ ਇਸ ਕਰੋਨਾ ਮਹਾਮਾਰੀ ਦੇ ਸਮੇਂ ਦੇ ਵਿੱਚ, ਇਹ ਕੋਵਿਡ-19 ਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਵਰਚੁਅਲ ਰੈਲੀਆਂ ਕਰਕੇ ਸਿਆਸਤ ਕਰਨੀ ਸਰਾਸਰ ਗਲਤ ਹੈ। ਤੇ ਇਹ ਐਗਜ਼ਾਮਪਲ ਦੇਣੀ ਉਹਦੇ ਬਾਅਦ ਕਿ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਵੀ ਕਰ ਰਿਹਾ, ਜੇ ਅਸੀਂ ਕਰ ਲਈਆਂ ਤਾਂ ਕੀ ਆ। ਅਮਰੀਕਾ ਦੇ ਵਿੱਚ ਟਰੰਪ ਨੇ ਤਾਂ $17,500 ਵੀ ਹਰ ਮਹੀਨੇ ਆਪਣੇ ਜਿਹੜੇ ਦੇਸ਼ ਦੇ ਵਸਿੰਦਿਆਂ ਨੂੰ ਦਿੱਤੇ ਨੇ। ਇਸ ਤੋਂ ਇਲਾਵਾ ਸਾਰੇ ਟੈਕਸ ਡੈਫਰ ਕਰਤੇ ਨੇ ਉਹਨਾਂ ਨੇ, ਸਾਰੀਆਂ ਕਿਸ਼ਤਾਂ ਬੈਂਕਾਂ ਦੀਆਂ ਡੈਫਰ ਕਰਤੀਆਂ ਨੇ, ਉਹ ਸਭ ਕੁਝ ਉਹਨਾਂ ਨੇ ਰੋਕ ਲਾਈ ਹੈ। ਤੁਸੀਂ ਵੀ ਪਹਿਲਾਂ ਹਰ ਮਹੀਨੇ 10-10 11-11 ਹਜ਼ਾਰ ਰੁਪਈਆ ਲੋੜਵੰਦਾਂ ਦੇ ਖਾਤਿਆਂ 'ਚ ਪਾਓ,
ਤੇ ਸਾਰਾ ਕੁਝ ਡੈਫਰ ਕਰੋ, ਉਹਦੇ ਬਾਅਦ ਤੁਸੀਂ ਰੈਲੀਆਂ ਕਰ ਲਓ, ਤੁਹਾਨੂੰ ਕੌਣ ਰੋਕਦਾ ਹੈ? ਪਰ ਦੂਜੇ ਪਾਸੇ ਤਾਂ ਅਸੀਂ ਡੋਨਲਡ ਟਰੰਪ ਦੀ ਰੀਸ ਕਰਨੀ ਨਹੀਂ, ਪਰ ਜਦੋਂ ਰੈਲੀਆਂ ਕਰਨ ਦਾ ਸਮਾਂ ਆਇਆ ਤਾਂ ਅਸੀਂ ਐਗਜ਼ਾਮਪਲ ਦਿੰਦੇ ਆ ਕਿ ਉੱਥੇ ਵੀ ਡੋਨਲਡ ਟਰੰਪ ਕਰ ਰਿਹਾ ਹੈਗਾ ਅਮਰੀਕਾ ਦੇ ਵਿੱਚ, ਉੱਥੇ ਵੀ ਨਵੰਬਰ 'ਚ ਇਲੈਕਸ਼ਨ ਨੇ। ਜੇ ਅਸੀਂ ਬਿਹਾਰ ਤੇ ਬੰਗਾਲ 'ਚ ਕਰ ਲਈਆਂ ਤਾਂ ਕੀ ਹੈ? ਅਸੀਂ ਆਪਣੇ ਆਪ ਨੂੰ ਅਮਰੀਕਾ ਦੇ ਨਾਲ ਕੰਪੇਅਰ ਕਰਕੇ ਨਹੀਂ ਚੱਲ ਸਕਦੇ, ਕਿਉਂਕਿ ਅਮਰੀਕਾ ਦਾ ਅਰਥਚਾਰਾ ਬਹੁਤ ਵਿਸ਼ਾਲ ਆ ਸਾਡੇ ਤੋਂ। ਨੰਬਰ 2 ਤੇ ਉਹਨਾਂ ਨੇ ਲੋਕਾਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਹੈ। ਤਾਂ ਸਿਆਸਤਦਾਨਾਂ ਨੂੰ ਸੋਚਣਾ ਜ਼ਰੂਰ ਚਾਹੀਦਾ ਹੈ ਕਿ ਕੀ ਅਸੀਂ ਭੁੱਖੇ ਪੇਟਾਂ ਤੇ ਸਿਆਸਤ ਕਰਦੇ ਸੋਹਣੇ ਲੱਗਦੇ ਹਾਂ? ਕੀ ਅਸੀਂ ਉਹ ਮਜ਼ਦੂਰ ਜਿਨ੍ਹਾਂ ਦੇ ਪੈਰ ਛਿੱਲੇ ਗਏ ਸੜਕਾਂ ਤੇ ਤੁਰਦੇ ਹੋਏ, ਕਿ ਉਹਨਾਂ ਦੀਆਂ ਪੈਰਾਂ ਦੀਆਂ ਵਿਆਈਆਂ ਤੇ ਸਿਆਸਤ ਕਰਦੇ ਸੋਹਣੇ ਲੱਗਦੇ ਆ? ਜਿਹੜੇ ਜਵਾਨ ਸਾਡੇ ਸ਼ਹੀਦ ਹੋ ਗਏ ਚੀਨ ਦੇ ਨਾਲ LAC ਤੇ, ਤਾਂ ਕੀ ਅਸੀਂ ਉਹਨਾਂ ਦੀਆਂ ਲਾਸ਼ਾਂ ਤੇ ਸਿਆਸਤ ਕਰਦੇ ਸੋਹਣੇ ਲੱਗਦੇ ਆ? ਇਹ ਭਾਰਤ ਦੀਆਂ ਸਾਰੀਆਂ ਸਿਆਸੀ ਧਿਰਾਂ ਨੂੰ ਵੀ ਸੋਚਣ ਦੀ ਜ਼ਰੂਰਤ ਹੈ, ਕਿਉਂਕਿ ਸਭ ਦੇ ਲਈ ਇਸ ਸਮੇਂ ਕਰੋਨਾ ਨੰਬਰ 2 ਤੇ ਹੈ, ਸ਼ਹੀਦ ਹੋਏ ਜਵਾਨ ਨੰਬਰ 2 ਤੇ ਹੈ। ਸਭ ਦੇ ਲਈ ਨੰਬਰ 1 ਤੇ ਕੀ ਹੈ ਕਿ ਵੈਸਟ ਬੰਗਾਲ ਕਿਸ ਤਰ੍ਹਾਂ ਜਿੱਤਣਾਗਾ, ਬਿਹਾਰ ਕਿਸ ਤਰ੍ਹਾਂ ਜਿੱਤਣਾਗਾ। ਜਦੋਂ ਸਿਆਸਤ ਦੀ ਵੋਟਾਂ ਤੱਕ ਹੈ ਤਾਂ ਲੋਕਾਂ ਨੂੰ ਅਵੇਅਰ ਹੋਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਲੋਕ ਵੋਟ ਪਾਉਣ ਸਮੇਂ ਲੀਡਰ ਦੇ ਨਾਲ ਨਾਲ ਉਸਦੇ ਗੁਣ ਜ਼ਰੂਰ ਦੇਖਣ ਕਿ ਉਹਨੇ ਸਾਡੇ ਲਈ ਕੀਤਾ ਕੀ ਹੈ। ਜਦੋਂ ਲੋਕ ਸਵਾਲ ਪੁੱਛਣ ਲੱਗ ਜਾਣਗੇ ਤਾਂ ਸਾਡੀ ਡੈਮੋਕ੍ਰੇਸੀ ਵੀ ਖੂਬਸੂਰਤੀ ਵਾਲੀ ਹੋਊਗੀ। ਸਾਡੀ ਡੈਮੋਕ੍ਰੇਸੀ ਦੇ ਵਿੱਚ ਵੀ ਲੋਕਾਂ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਜਾਊਗੀ, ਲੋਕਾਂ ਦੀਆਂ ਸਹੂਲਤਾਂ ਦਾ ਖਿਆਲ ਵੀ ਰੱਖਿਆ ਜਾਊਗਾ, ਅਤੇ ਸਰਕਾਰ 100 ਵਾਰ ਸੋਚੂਗੀ ਪੈਟਰੋਲ ਡੀਜ਼ਲ ਤੇ ਬਾਕੀ ਮਹਿੰਗਾਈ ਵਧਾਉਣ ਦੇ ਲਈ। ਪਰ ਇਸ ਸਮੇਂ ਨਹੀਂ ਸੋਚਿਆ ਜਾ ਰਿਹਾ, ਕਿਉਂਕਿ ਲੋਕ ਵੀ ਇਹਦੇ ਲਈ ਜ਼ਿੰਮੇਵਾਰ ਨੇ। ਲੋਕਾਂ ਦੇ ਲਈ ਆਪਣੇ ਮੁੱਦਿਆਂ ਨੂੰ ਛੱਡ ਕੇ ਧਾਰਮਿਕ ਮੁੱਦੇ ਜ਼ਿਆਦਾ ਇੰਪੋਰਟੈਂਟ ਨੇ, ਨੈਸ਼ਨਲ ਮੁੱਦੇ ਜ਼ਿਆਦਾ ਇੰਪੋਰਟੈਂਟ ਨੇ, ਕਿਉਂਕਿ ਸਟੇਟ ਇਲੈਕਸ਼ਨ ਦੇ ਵਿੱਚ ਸਟੇਟ ਦੇ ਮੁੱਦੇ ਹੋਣੇ ਚਾਹੀਦੇ ਨੇ। ਸੋ ਇਸ ਵਾਰ ਬੇਸ਼ੱਕ ਭਾਜਪਾ ਵੱਲੋਂ ਵਰਚੁਅਲ ਰੈਲੀਆਂ ਦਾ ਰਾਹ ਫੜ ਲਿਆ ਗਿਆ, ਜਿਹੜਾ ਕਿ ਗਲਤ ਹੈ। ਇਸ ਕਰੋਨਾ ਮਹਾਮਾਰੀ ਦੌਰਾਨ ਕਿਸੇ ਵੀ ਸਿਆਸੀ ਧਿਰ ਨੂੰ ਜਿਹੜੀ ਸਿਆਸਤ ਨਹੀਂ ਕਰਨੀ ਚਾਹੀਦੀ, ਪਰ ਭਾਜਪਾ ਜਿਹੜੀ ਹੈ ਉਹ ਆਪਣੇ ਸਿਆਸੀ ਮੈਦਾਨ ਨੂੰ ਕਾਇਮ ਕਰ ਰਹੀ ਹੈਗੀ, ਮਾਹੌਲ ਬਣਾ ਰਹੀ ਹੈ ਆਪਣਾ ਸਰਕਾਰਾਂ ਬਣਾਉਣ ਦੇ ਲਈ, ਜੋ ਕਿ ਗਲਤ ਹੈ। ਇਹਨੂੰ ਟਾਲਿਆ ਜਾ ਸਕਦਾ ਸੀਗਾ, ਕਿਉਂਕਿ ਜੇਕਰ ਅਸੀਂ ਵਧੀਆ ਕੰਮ ਕੀਤੇ ਨੇ, ਜਿਹੜੀ ਵੀ ਸਰਕਾਰ ਨੇ ਵਧੀਆ ਕੰਮ ਕੀਤੇ ਨੇ ਉਹ ਲੋਕਾਂ ਤੱਕ ਪਹੁੰਚਣੇ ਨੇ ਤੇ ਉਹਦੀ ਸਰਕਾਰ ਬਣਨੀ ਤੈਅ ਹੈ। ਪਰ ਕੋਵਿਡ-19 ਦੇ ਇਸ ਦੌਰ ਦੇ ਵਿੱਚ ਉਹ ਗਰੀਬ ਪਰਿਵਾਰ ਜਿਨ੍ਹਾਂ ਨੂੰ ਹਾਲੇ ਤੱਕ ਅਸੀਂ ਟੀਵੀ ਦੇ ਯੋਗਤਾ ਨਹੀਂ ਬਣਾ ਸਕੇ, ਪਰ LCDਆਂ ਲਾ ਕੇ ਅਸੀਂ ਉਹਨਾਂ ਨੂੰ ਭਾਸ਼ਣ ਜ਼ਰੂਰ ਸੁਣਾਏ ਆਪਣੇ, ਤੇ ਲਗਾਤਾਰ ਸੁਣਾ ਵੀ ਰਹੇ ਹਾਂ ਤੇ ਅੱਗੇ ਵੀ ਸੁਣਾ ਰਹੇ ਹਾਂ, ਜਿਹਦੇ ਤੇ ਹਜ਼ਾਰਾਂ ਕਰੋੜ ਰੁਪਈਆ ਖਰਾਬ ਕੀਤਾ ਜਾ ਰਿਹਾ। ਉਹ ਹਜ਼ਾਰਾਂ ਕਰੋੜ ਰੁਪਈਆ ਦੀ ਸਹਾਇਤਾ ਹੀ ਲੋਕਾਂ ਦੀ ਸਿੱਧੀ ਕਰ ਦਿੱਤੀ ਜਾਂਦੀ ਤਾਂ ਚੰਗਾ ਹੁੰਦਾ। ਪਰ ਅਫਸੋਸ ਹੈ ਕਿ ਇੱਥੇ ਸਾਡੇ ਲਾਸ਼ਾਂ ਕੁਝ ਹੋਰ ਲੋਕ ਗਿਣਦੇ ਨੇ ਤੇ ਲੀਡਰਾਂ ਦਾ ਧਿਆਨ ਜਿਹੜਾ ਹੈ ਉਹ ਵੋਟਾਂ ਗਿਣਨ 'ਤੇ ਰਹਿੰਦਾ ਕਿ ਲਾਸ਼ਾਂ ਜਿੰਨੀਆਂ ਮਰਜ਼ੀ ਵਿਛ ਜਾਣ, ਗਰੀਬ ਭੁੱਖੇ ਮਰਦੇ ਆ ਮਰ ਜਾਣ। ਪਰ ਸਰਕਾਰ ਜਿਹੜੀ ਹੈਗੀ ਉਹ ਹਰ ਹੀਲੇ ਬਣਨੀ ਚਾਹੀਦੀ ਹੈ। ਸੋ ਪਹਿਲਾਂ ਵੀ ਭਾਰਤੀ ਸਿਆਸਤ ਦੇ ਵਿੱਚ ਕਿਸੇ ਵੀ ਧਿਰ ਨੇ ਸੁਹਿਰਦਤਾ ਜਾਂ ਦੁੱਖ ਨਹੀਂ ਦਿਖਾਇਆ ਦੇਸ਼ ਦੇ ਲਈ, ਤੇ ਹੁਣ ਵੀ ਦਿਖਾਉਂਦੇ ਨਜ਼ਰ ਨਹੀਂ ਆ ਰਹੇ। ਤੇ ਸਭ ਦਾ ਇੱਕੋ ਇੱਕ ਮਕਸਦ ਹੈ, ਜੇਕਰ ਕਾਂਗਰਸ ਹੱਲੇ ਬੋਲ ਰਹੀ ਹੈ ਤਾਂ ਉਹਨਾਂ ਨੂੰ ਕੋਈ ਜਵਾਨਾਂ ਦਾ ਦਰਦ ਨਹੀਂ ਹੈਗਾ, ਉਹਨਾਂ ਨੂੰ ਇਹ ਕਿ ਕਿਸੇ ਨਾ ਕਿਸੇ ਤਰੀਕੇ ਉੱਭਰਿਆ ਜਾਵੇ, ਇਹ ਮੌਕਾ ਹੈ। ਤੇ ਭਾਜਪਾ ਵੱਲੋਂ ਜੇਕਰ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਤਾਂ ਉਹ ਵੀ ਗਰੀਬ ਤੇ ਕਿਸਾਨ ਜਾਂ ਮੁਲਕ ਦੇ ਜਿਹੜੇ ਸੈਨਿਕ ਨੇ ਉਹਨਾਂ ਦੇ ਦਰਦ 'ਚੋਂ ਗੱਲਾਂ ਨਹੀਂ ਕਰ ਰਹੇ। ਉਹਨਾਂ ਦਾ ਮਕਸਦ ਵੀ ਇਹ ਹੈ ਕਿ ਬਿਹਾਰ ਤੇ ਵੈਸਟ ਬੰਗਾਲ ਦੇ ਵਿੱਚ ਸਰਕਾਰ ਬਣ ਜੇ ਤੇ ਕੇਂਦਰੀ ਸੱਤਾ ਦੀਆਂ ਪੌੜੀਆਂ ਜਿਹੜੀਆਂ ਹੈਗੀਆਂ ਉਹ ਅਗਲੀਆਂ ਚੋਣਾਂ ਦੇ ਲਈ ਮਜ਼ਬੂਤ ਹੋ ਜਾਣ। ਜਦੋਂ ਲੀਡਰ ਵੋਟਾਂ ਦਾ ਖੜਾ ਛੱਡ ਕੇ ਲੋਕਾਂ ਬਾਰੇ ਸੋਚਣ ਲੱਗਣਗੇ ਤੇ ਲੋਕ ਜਿਹੜੇ ਹੈਗੇ ਲੀਡਰ ਦੇਖਣ ਦੀ ਥਾਂ ਤੇ ਕੰਮ ਦੇਖ ਕੇ ਵੋਟ ਪਾਉਣ ਲੱਗਣਗੇ, ਉਸ ਸਮੇਂ ਭਾਰਤ ਦਾ ਲੋਕਤੰਤਰ ਖੂਬਸੂਰਤ ਹੋ ਸਕਦਾ ਹੈ। ਨਹੀਂ ਤਾਂ ਫਿਰ ਇਹੀ ਪਾਣੀ 'ਚ ਮਧਾਣੀ ਪਈ ਹੋਈ ਹੈ, ਨਿਕਲਣਾ ਕੁਝ ਨਹੀਂ ਲੋਕਾਂ ਲਈ ਸਿਰਫ ਮਹਿੰਗਾਈ ਤੇ ਟੈਕਸ ਹੀ ਨਿਕਲਣੇ ਆ, ਗਰੀਬੀ ਵਧੂਗੀ ਤੇ ਸਰਮਾਇਆ ਜਿਹੜਾ ਹੈਗਾ ਉਹ 1% ਲੋਕਾਂ ਦੇ ਕੋਲੇ ਜਮ੍ਹਾਂ ਹੁੰਦਾ ਜਾਣਾ।